ਧੰਨ ਵਾਹਿਗੁਰੂ ਸਾਹਿਬ ਜੀ। ਤਰਨਾ ਪੋ ਇਉਂ ਹੀ ਗਇਓ, ਲਿਓ ਜ਼ਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ, ਕਿਉ ਨਾ ਭਜੈ ਭਗਵਾਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਬੈਠੇ ਸਤਿਕਾਰੇ ਵਡਭਾਗੇ ਸਤਸੰਗੀ ਜਨੋਂ, ਗੁਰੂ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਨਾਲ ਹਫ਼ਤਾਵਾਰੀ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਨ ਹੋ ਕੇ ਆਪ ਸਭਨਾਂ ਨੇ ਗੁਰਬਾਣੀ ਪਾਠ, ਗੁਰਬਾਣੀ ਕੀਰਤਨ ਸ਼ਰਵਣ ਕੀਤਾ ਹੈ। ਆਓ ਟਿਕੀ ਹੋਈ ਬਿਰਤੀ ਦਾ ਇਸ ਸ਼ਾਂਤ ਮਾਹੌਲ ਦਾ ਲਾਹਾ ਲੈਂਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚੱਲ ਰਹੇ ਲੜੀਵਾਰ ਸ਼ਲੋਕਾਂ ਨਾਲ ਸਾਂਝ ਪਾਈਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਨੇ ਪਾਵਨ ਸ਼ਲੋਕਾਂ ਦੀ ਲੜੀ ਦੇ ਵਿੱਚ ਤੀਜਾ ਤੇ ਚੌਥਾ ਨੰਬਰ ਜੋ ਸ਼ਲੋਕ ਬਖਸ਼ਿਸ਼ ਕੀਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੀਵਨ ਨੂੰ ਪ੍ਰੇਰਣਾ ਦਿੱਤੀ ਹੈ। ਇਸ ਜੀਵਨ ਦੇ ਵਿੱਚ ਜਿਹੜੇ ਪੜਾਅ ਆਉਂਦੇ ਨੇ, ਜਿਨ੍ਹਾਂ ਨੂੰ ਅਸੀਂ ਬਾਲਪਨ ਕਹਿੰਦੇ ਆ, ਛੋਟਾ ਸਮਾਂ ਵਕਤ ਜਦੋਂ ਹੁੰਦਾ ਅਰੰਭੜਾ, ਉਸ ਅਰੰਭਲੇ ਟਾਈਮ ਨੂੰ ਅਸੀਂ ਬਚਪਨ ਆਖਦੇ ਹਾਂ, ਬਾਲਪਨ ਕਹਿੰਦੇ ਹਾਂ। ਉਹਦੇ ਬਾਅਦ ਜਵਾਨੀ ਹੁੰਦੀ ਹੈ, ਫਿਰ ਬੁਢੇਪਾ ਹੁੰਦਾ ਹੈ। ਜਵਾਨੀ ਦੇ ਉਸ ਵਕਤ ਨੂੰ ਮਹਾਰਾਜ ਜੀ ਨੇ ਇੱਥੇ ਤਰਨਾ ਭੋਆ ਆਖਿਆ। ਬਾਣੀ ਵਿੱਚ ਇਹਨੂੰ ਤਰੁਣਾ ਵੀ ਆਖਿਆ ਕਈ ਥਾਂ ਤੇ। ਤਰਨ ਤੋਂ ਭਾਵ ਵੀ ਹੁੰਦਾ ਹੈ ਕਿ ਜਿਹੜਾ ਜੋਬਨ ਦਾ ਵਕਤ ਹੈ, ਜਿਹਦੇ ਵਿੱਚ ਕੁਝ ਦਮ ਹੈ, ਕੁਝ ਬਲ ਹੈ। ਇਹ ਜੀਵਨ ਦਾ ਇੱਕ ਇਹੋ ਜਿਹਾ ਪੜਾਅ ਹੁੰਦਾ ਹੈ, ਇਹ ਅਜਿਹਾ ਸਮਾਂ ਮਨੁੱਖੀ ਜੀਵਨ ਦੇ ਵਿੱਚ ਵਾਪਰਦਾ ਹੈ ਕਿ ਜਿਸ ਵਿੱਚ ਬਲ ਵੀ ਵਧੇਰੇ ਹੁੰਦਾ ਹੈ, ਸੋਚ ਵਿਚਾਰ ਰੋਸ਼ਨ ਹੁੰਦੀ ਹੈ। ਇਸ ਵਿੱਚ ਉਦਮ ਦਾ ਬੰਦੇ ਕੋਲ ਵਕਤ ਜ਼ਿਆਦਾ ਹੈ, ਉਦਮ ਕਰ ਸਕਦਾ ਹੈ। ਜੋ ਉਹ ਸੇਵਾਵਾਂ ਚਾਹੁੰਦਾ ਹੈ, ਜੋ ਕੁਝ ਉਹ ਚੰਗਾ ਕਰ ਸਕਦਾ ਹੈ, ਉਹ ਇਸ ਪੀਰੀਅਡ ਦੇ ਵਿੱਚ ਉਹ ਚੰਗੇ ਤਰੀਕੇ ਨਾਲ ਨਿਭਾ ਸਕਦਾ ਹੈ। ਇਸੇ ਸਮੇਂ ਦੇ ਵਿੱਚ ਉਹ ਆਪਣੀਆਂ ਪੜ੍ਹਾਈਆਂ ਦੇ ਬਾਅਦ ਨੌਕਰੀਆਂ ਲੈਂਦਾ ਹੈ, ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਇਸ ਸਮੇਂ ਨੂੰ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਖਾਸ ਕਰਕੇ ਫੋਕਸ ਕੀਤਾ ਹੈ, ਇਸ ਨੂੰ ਪ੍ਰੇਰਣਾ ਦਿੱਤੀ ਹੈ ਕਿ ਇਹ ਟਾਈਮ ਜਿਹੜਾ ਹੈ, ਇਹਦੇ ਵਿੱਚ ਖੁਦ ਮੁਖਤਿਆਰੀ ਹੁੰਦੀ ਹੈ। ਕੁਝ ਡਿਸੀਜਨ ਲੈਣ ਦੇ ਉਸ ਸਮੇਂ ਦੇ ਵਿੱਚ ਚਾਂਸ ਵਧੇਰੇ ਨੇ। ਬਚਪਨ ਦੇ ਵਿੱਚ ਵੀ ਉਹ ਡਿਪੈਂਡ ਹੋਏਗਾ, ਮਾਂ-ਬਾਪ ਦਾ ਡਿਪੈਂਡ, ਵੱਡੇ ਵਡੇਰਿਆਂ ਦੇ ਚਿਹਰੇ ਵੱਲ, ਮੂੰਹ ਵੱਲ ਵੇਂਦਾ ਹੈ, ਉਹ ਜੋ ਕਹਿਣਗੇ ਉੱਦਾਂ ਮੰਨ ਲਿਆ ਜਾਏ। ਬਜ਼ੁਰਗੀ ਦੇ ਵੇਲੇ ਵੀ ਤੁਸੀਂ ਵੇਖੋ ਕਿ ਬਲ ਜਾਂਦਾ ਹੈ, ਬਲਹੀਣ ਹੁੰਦਾ ਹੈ ਉਹ ਸਮਾਂ। ਉਹਦੇ ਵਿੱਚ ਉਹ ਆਪਣੇ ਤੋਂ ਛੋਟਿਆਂ ਵੱਲ ਵੇਂਦਾ ਹੈ ਕਿ ਕੋਈ ਮੇਰੀ ਮਦਦ ਕਰੇ ਇਸ ਕੰਮ ਦੇ ਵਿੱਚ। ਉਹਦੇ ਕੋਲ ਨਾ ਬਲ ਤਾਕਤ ਹੁੰਦੀ ਹੈ, ਨਾ ਕੁਝ ਕਰਨ ਦੀ ਬਹੁਤੀ ਸਮਰੱਥਾ ਹੀ ਰਹਿ ਜਾਂਦੀ ਹੈ। ਇੱਕੋ ਇੱਕ ਸਮਾਂ ਬਚਦਾ ਜਵਾਨੀ ਦਾ। ਇਸ ਵਿੱਚ ਉਹ ਹਰ ਇੱਕ ਚੀਜ਼ ਦੀ ਚੋਣ ਕਰਦਾ ਹੈ, ਇੱਥੋਂ ਤੱਕ ਜੀਵਨ ਸਾਥੀ ਦੀ ਚੋਣ ਕਰਦਾ ਹੈ, ਪੜ੍ਹਾਈ ਦੇ ਬਾਅਦ ਨੌਕਰੀ ਦੀ ਚੋਣ ਕਰਦਾ ਹੈ। ਹਰ ਇੱਕ ਚੀਜ਼ ਦੇ ਉਹ ਡਿਸੀਜਨ ਲੈ ਸਕਦਾ ਹੈ।
महाराज जी ने इस समय दे विच एक बड़ी वड्डी खामी भी वेखी है। गुरु महाराज गुरु अर्जन साहब जी दे पावन शब्द आउंदे ने पहरे बाणी दे, उत्थे महाराज जी ने दूसरे पहरे दे विच इस वक्त नूं गिणिया, दूजे पहरे रहण के वणजारिया मित्रा भर जवानी लहरी दे। महाराज का संकेत है कि जिवें लहरां उठदियां ने ना समुद्र दे विच, जोबन जवानी दे वक्त लहरां उठदियां, तरंगां उठदियां ने। और उन्हां लहरां बारे महाराज ने अगे जाके आख्या, बुरा भला ना पछाणे वणजारिया मित्रा, मन मत्ता अहंग मेव। अहंग मेव का भाव हुंदा है ईगो दे विच भरिया होना, हंकार दे विच भरिया हुंदा है। लहरां भावें उठ के किनारियां ते वज के चकनाचूर हो जाण, पर वो मुड़दियां नहीं, मनदियां नहीं छेती, किसे दी सुणदियां नहीं। अपने आप दे विच वो लहर जवानी हुई है, वो जोबन है, एक हुंगारा है। अपने आप दे विच वो अपनी मर्जी नाल उठियां हुईयां लहरां तीव्र धार दे नाल वो किनारियां ते जाके टकरा के खत्म हो जाणियां चाहुंदियां ने। महाराज ने आख्या उत्थे बुरा भला ना पछाणे। इहो समय दे विच तजर्बा घट हुंदा है, क्योंकि बचपन का जिहड़ा समा है उहदे विच जे पढ़ाई हो रही हुंदी है, वड्डियां तो सिक्ख्यावां लैण दा समा हुंदा है। जोबन दे वक्त बंदा डिसीजन ज़्यादा लेना चाहुंदा है, पर उहदे कोल तजर्बे दी उन्नी ही घाट हुंदी है। जे उहनूं सही डायरैक्शन ना मिले, गाइडनेस ना मिले, समस्या तो होर वध जाती है। ਉਹਦਾ ना उस्ताद चंगा होवे, ना वो गुरु लड़ लगा होवे, ना उन्होंने साहित्य का पता होवे, ना उन्होंने समाज की दिख का पता है, ना वो समाज का दूजा पासा वेखदा है। सिर्फ उन्होंने दिखदा की है ऐश परस्ती, रौनक मेला। उन्होंने चमक दमक तो इलावा कुछ समाज होर नहीं दिखता। गुरु महाराज का एक होर शब्द उस विच गुरु साहब ने आख्या, पावन रलियां जोबन बलियां ना बिना माटी संग रलिया। जोबन दे वक्त वो जदों रंग तमाशियां वाले पासे पैर पुटदा है, महाराज ने बड़ी लंबी लिस्ट दी उस शब्द दे विच। उत्थे गुरु साहब ने आख्या, कान कुंडलिया, कान विच कुंडल भी पाउणा चाहुंदा है। हुण इह कल्ली बच्चियां दी गल नहीं, ये उस वेले दे ते अज भी तुसीं वेखो बच्चे नौजवान वो भी पाउंदे ने कान विच कुंडल, शौकीया तौर पर। कान कुंडलिया वस्त्र उडलिया, सोहणे सोहणे कपड़े पाउण दा जिहड़ा मन हुंदा जोबन दे वेले बहुता हुंदा है। जवानी वेले ही शौक रखदा है हर एक चीज़ दे, शरीर दीयां सहूलतां दे। कान कुंडलिया वस्त्र उडलिया, महाराज कहंदे ने सेज सुखलिया मन गरबड़िया, मन भी हंकार विच बहुता होएगा। तले कुंचरिया, कुंचर कहते हैं हाथी नूं, हाथी का भाव है सवारी, चंगी सवारी होनी चाहिए है। इस उम्र दे विच बंदा ज़्यादा चाहुंदा है। तुसीं वेखो बहुतात जिहड़े चंगियां गड्डियां कारां जिहड़ियां स्पोर्ट्स कारां ने, मोटरसाइकिलां ने, जोबन दे थल्ले ज़्यादा होणगियां। शौक उस विच ही है। महाराज ने नहीं आख्या कि चाहिदियां ने, साधन नहीं वरतने चाहिए, गल ये नहीं हो रही इस विच। महाराज उस समय की शनाखत दस रहे हैं, उहदियां लोड़ां ते जरूरतां जिहड़ियां वधियां वो दस रहे हैं। इस पासे सारा ध्यान है, वर्त विहार वाला, रंग रलियां वाला सारा ध्यान उहदा गया है, पूरा फोकस इहदे ते होया होया है। तले कुंचरिया, पर महाराज कहते हैं ये सारा कुछ होने के बावजूद भी ना बिना माटी संग रलिया। सब कुछ होंदा होया भी बंदा मिट्टी दे विच रलिया होया, कोई कीमत नहीं, कोई वैल्यू नहीं, वो सारू काम नहीं कर पा रहा। इस करके गुरु तेग बहादुर महाराज ने इत्थे सलोक विच आख्या, तरनापो यूं ही गयो। जिहड़ा तरुण दा जोबन दा जवानी दा वक्त है ना, वो तां मिट्टी दे भाई चला गया, किसे काम भी नहीं आया। जिस विच वाकई ही चंगे डिसीजन लए जा सकते हैं, जिस जवानी दे विच वाकई ही समाज का मूँह मुहांदरा सवारिया जा सकता सी, सेवावां वलंटीयर बन के समाज का सेवादार बनया जा सकता सी, वो तो यूं ही चला गया, चमक दमक दे विच ही लंघ गया। समझ ही नहीं आई, सूझ ही नहीं आ सकी।
ਤੁਸੀਂ ਇਤਿਹਾਸ ਵਿੱਚ ਵੇਖ ਲਵੋ, ਜਦੋਂ ਭਾਈ ਸੁਬੇਗ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਹਾਂ, ਜਿਨ੍ਹਾਂ ਦਾ ਅਰਦਾਸ ਵਿੱਚ ਅਸੀਂ ਜ਼ਿਕਰ ਕਰਕੇ ਕਹਿੰਦੇ ਹਾਂ ਚਰਖੜੀਆਂ ਤੇ ਚੜੇ। ਭਾਈ ਸੁਬੇਗ ਸਿੰਘ ਜੀ ਦਾ ਪੁੱਤਰ ਹੈ ਨੌਜਵਾਨ ਪਰ ਜਵਾਨੀ ਦੇ ਵਿੱਚ ਸ਼ਾਹਬਾਜ਼ ਸਿੰਘ। ਸ਼ਾਹਬਾਜ਼ ਸਿੰਘ ਬਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਦੋਂ ਭਾਈ ਸੁਬੇਗ ਸਿੰਘ ਹੋਰਾਂ ਨੇ ਆਪਣੇ ਪੁੱਤਰ ਨੂੰ ਲਿਆਕਤ ਤਾਲੀਮ ਦੇਣ ਲਈ ਉਹਨੂੰ ਇੱਕ ਉਸਤਾਦ ਕੋਲ ਭੇਜਿਆ, ਔਰ ਉਸ ਸਮੇਂ ਦੇ ਜਿਹੜੇ ਫਾਰਸੀ ਦੇ, ਅਰਬੀ ਦੇ, ਇਹਨਾਂ ਭਾਸ਼ਾਵਾਂ ਦੇ, ਇਹਨਾਂ ਲੈਂਗੁਏਜ ਦੇ ਜਿਹੜੇ ਟੀਚਰ ਹੋਇਆ ਕਰਦੇ ਸਨ ਉਹ ਜ਼ਿਆਦਾ ਤੇ ਮੌਲਾਨਾ ਜਾਂ ਕਾਜ਼ੀ ਹੁੰਦੇ ਸਨ। ਉਹਨਾਂ ਕੋਲੇ ਮੁਹਾਰਤ ਚੰਗੀ ਹੁੰਦੀ ਸੀ ਤੇ ਤਾਲੀਮ ਬੜੀ ਜ਼ਰੂਰੀ ਸੀ। ਸਮੇਂ ਦੀਆਂ ਮਲਟੀ ਲੈਂਗੁਏਜ ਕਹਿ ਲਈਏ ਆਪਾਂ। ਗੁਰਮੁਖੀ ਤਾਂ ਭਾਈ ਸੁਬੇਗ ਸਿੰਘ ਨੇ ਘਰੇ ਹੀ ਦ੍ਰਿੜ ਕਰਾਈ ਹੋਈ ਹੈ। ਗੁਰਬਾਣੀ ਦੇ ਲੜ ਲਾਇਆ, ਕਿਉਂਕਿ ਗੁਰਮੁਖੀ ਦਾ ਗੁਰਬਾਣੀ ਦੇ ਨਜ਼ਦੀਕ ਹੁੰਦਾ ਬੜਾ ਨੇੜੇ ਦਾ ਸੰਬੰਧ ਬਣਦਾ। ਜਿਹਦੇ ਕੋਲ ਗੁਰਮੁਖੀ ਨਹੀਂ, ਇਹ ਲੈਂਗੁਏਜ ਨਹੀਂ, ਇਹ ਬੇਸ ਨਹੀਂ, ਇਹ ਟੂਲ ਨਹੀਂ ਹੈਗਾ, ਉਹ ਤਾਬਿਆ ਨਹੀਂ ਬਹਿ ਸਕਦਾ। ਉਹਨੂੰ ਪਤਾ ਹੀ ਨਹੀਂ ਲੱਗਣਾ ਇਹ ਅੱਖਰ ਕੀ ਨੇ, ਉਹਨੂੰ ਸਮਝ ਨਹੀਂ ਲੱਗਣੀ। ਹੋਰ ਭਾਸ਼ਾਵਾਂ ਚਾਹੀਦੀਆਂ ਨੇ। ਭਾਈ ਸੁਬੇਗ ਸਿੰਘ ਵੀ ਬੱਚੇ ਨੂੰ ਪ੍ਰੋਵਾਈਡ ਕਰਾ ਰਹੇ ਨੇ, ਮਨਾ ਨਹੀਂ ਕਰਦੇ ਗੁਰੂ ਮਹਾਰਾਜ। ਅੱਜ ਜਿਵੇਂ ਸਾਡੇ ਬੱਚੇ ਇੰਗਲਿਸ਼ ਬੋਲਦੇ ਨੇ, ਉਹ ਬੱਚੇ ਅਰਬੀ ਬੋਲੀ ਸਿੱਖਣ, ਦੂਜੀਆਂ ਭਾਸ਼ਾਵਾਂ ਸਿੱਖਣ, ਉਹਨਾਂ ਨੂੰ ਫ੍ਰੈਂਚ ਆਵੇ, ਕੁਝ ਵੀ ਬੋਲੀ ਆਵੇ, ਚੰਗੀ ਗੱਲ ਹੈ। ਪੜ੍ਹੇ ਲਿਖੇ ਸਾਡੇ ਬੱਚੇ ਹੋਣੇ ਚਾਹੀਦੇ ਨੇ। ਪਰ ਜਿਸ ਬੋਲੀ 'ਚ ਉਹਨੇ ਆਪਣਾ ਸਾਹਿਤ ਜਾਣਨਾ ਹੈ, ਜਿਸ ਬੋਲੀ 'ਚ ਮਹਾਰਾਜ ਨੇ ਗੁਰਬਾਣੀ ਜੀਵਨ ਜਾਚ, ਵੇ ਆਫ ਲਾਈਫ ਦਰਜ ਕੀਤੀ ਹੈ, ਉਹ ਉਹਦੇ ਤੋਂ ਦੂਰ ਨਾ ਚਲਾ ਜਾਏ। ਉਹ ਭਾਸ਼ਾ ਵੀ ਪ੍ਰੋਵਾਈਡ ਕਰਨੀ ਘਰਦਿਆਂ ਦਾ ਉਨਾ ਹੀ ਫਰਜ਼ ਬਣਦਾ ਜਿੰਨੀਆਂ ਦੂਜੀਆਂ ਭਾਸ਼ਾਵਾਂ ਲਈ ਉਹ ਖਰਚੇ ਕਰਦੇ ਨੇ, ਯਤਨ ਕਰਦੇ ਨੇ। ਪਰ ਮੈਨੂੰ ਖਿਮਾ ਕਰ ਦਿਓ ਜੀ, ਅਸੀਂ ਸਿਰਫ ਜਦੋਂ ਫੋਕਸ ਇਹ ਹੀ ਬੱਚੇ ਤੇ ਕੀਤਾ ਹੁੰਦਾ ਹੈ ਕਿ ਆ ਤਾਲੀਮ ਲੈ ਕੇ ਸਾਡਾ ਬੱਚਾ ਨੌਕਰੀ ਚੰਗੀ ਲੈ ਲਵੇ, ਤੇ ਮੈਨੂੰ ਖਿਮਾ ਕਰ ਦਿਓ ਜੀ, ਬਹੁਤੇ ਮਾਪਿਓ ਤੇ ਨਿਆਣੇ ਨੂੰ ATM ਦੀ ਮਸ਼ੀਨ ਹੀ ਬਣਾਉਣਾ ਚਾਹੁੰਦੇ ਨੇ। ਪਹਿਲਾਂ ਖਰਚਾ ਕਰ ਲਿਆ, ਮੁੜ ਕੇ ਉਹਦੇ ਚੋਂ ਕੱਢ ਲਵਾਂਗੇ, ਮੁੜ ਕੇ ਫਿਰ ਆਪ ਸਹੂਲਤਾਂ ਭੋਗਾਂਗੇ, ਇੱਕ ਵਾਰੀ ਇਹਦੇ ਤੇ ਲਾ ਦਈਏ ਕਰਜ਼ੇ ਚੁੱਕ ਕੇ। ਇੰਨਾ ਹੀ ਹੈ ਬਸ ਬੱਚਿਆਂ ਤੱਕ। ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਮਾਪਿਆਂ ਦਾ ਫਰਜ਼ ਹੈ, ਬੇਸਿਕ ਜ਼ਰੂਰਤ ਹੈ ਉਸ ਬੱਚੇ ਦੀ। ਮਾਂ-ਬਾਪ ਨੇ ਪੜ੍ਹਾਉਣਾ, ਚੰਗੀ ਤਾਲੀਮ ਦਿਵਾਉਣੀ ਹੈ, ਸਕੂਲ ਕਾਲਜ ਯੂਨੀਵਰਸਿਟੀ ਤੱਕ ਉਹਨਾਂ ਦਾ ਸਹਾਰਾ ਨਾਲ ਚਾਹੀਦਾ। ਬੱਚੇ ਨੂੰ ਪੈਰਾਂ ਭਾਰ ਖੜੇ ਕਰਨ ਲਈ ਨਾਲ ਮਾਂ-ਬਾਪ ਦਾ ਤਜਰਬਾ ਚਾਹੀਦਾ, ਉਹਨੂੰ ਸੇਧ ਚਾਹੀਦੀ ਹੈ। ਪਰ ਉਹਦਾ ਧਰਮ, ਉਹਦਾ ਵਿਰਸਾ, ਉਹਦੇ ਗੁਰੂ ਕੀ ਕਹਿ ਗਏ ਨੇ, ਇਹਦੇ ਵਾਸਤੇ ਉਹਦੀ ਬੋਲੀ, ਉਹਦੀ ਜ਼ਬਾਨ ਵੀ ਉਹਨੂੰ ਦੇ ਦੇਣੀ ਚਾਹੀਦੀ ਸੀ। ਪਰ ਅਸੀਂ ਇਸ ਪੱਖੋਂ ਬੜੀ ਅਣਗਹਿਲੀ ਵਿਖਾਈ ਹੈ, ਬਹੁਤ ਜ਼ਿਆਦਾ। ਉਹ ਹੌਲੀ ਹੌਲੀ ਕਰਕੇ ਉਹ ਨਾ ਹੁਣ ਗੁਰਦੁਆਰੇ ਬਹਿੰਦੇ ਨੇ, ਕਿਉਂਕਿ ਉਹਨਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਗੱਲ। ਹੁਣ ਲੋੜ ਇਹ ਬਣਦੀ ਜਾ ਰਹੀ ਹੈ ਕਿ ਇੰਗਲਿਸ਼ ਵਿੱਚ ਉਹਨਾਂ ਨੂੰ ਦੱਸਿਆ ਜਾਏ ਤੇ ਉਹ ਸਮਝ ਪਾਉਣਗੇ। ਔਰ ਮੈਨੂੰ ਖਿਮਾ ਕਰਿਓ, ਇੰਗਲਿਸ਼ ਟਰਾਂਸਲੇਟ ਗੁਰਬਾਣੀ ਦੀ ਤੁਸੀਂ ਕਰਕੇ ਦੇਖ ਲਓ, ਮੁਕੰਮਲ ਨਹੀਂ ਹੋ ਪਾਏ ਰਹੀ। ਹੁਣ ਤੱਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਗਲਿਸ਼ ਟਰਾਂਸਲੇਟ ਕੀਤੀ ਹੈ, ਗੱਲ ਬਣੀ ਨਹੀਂ ਉਹਨਾਂ ਕੋਲੋਂ, ਕਿਉਂਕਿ ਉੱਥੇ ਇੰਗਲਿਸ਼ ਦੇ ਅਲਫਾਜ਼ ਕੁਝ ਹੋਰ ਨੇ। ਹੁਣ ਐਗਜ਼ਾਮਪਲ ਤੌਰ ਤੇ ਬਾਣੀ 'ਚ ਲਿਖਿਆ ਹੈ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ। ਜਾਂ ਲਿਖਿਆ ਹੈ, ਜਿਸ ਜਲਨਿਤ ਕਾਰਨ ਤੁਮ ਜਗੇ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਹੁਣ ਅੰਮ੍ਰਿਤ ਦਾ ਅਰਥ ਇੰਗਲਿਸ਼ ਵਿੱਚ ਉਹਨਾਂ ਨੇ ਹੌਲੀ ਵਾਟਰ ਕੀਤਾ ਹੋਇਆ ਹੈ। ਪ੍ਰੋਬਲਮ ਹੈ, ਕਿਉਂਕਿ ਉਹਨਾਂ ਕੋਲ ਅੰਮ੍ਰਿਤ ਨਾਮ ਦੀ ਚੀਜ਼ ਨਹੀਂ ਹੈਗੀ। ਉਹਨਾਂ ਕੋਲ ਜੋ ਮੁਹੱਈਆ ਹੈ, ਉਹਨਾਂ ਨੇ ਅੰਮ੍ਰਿਤ ਨਾਲ ਰਿਲੇਟਿਵ ਕਰਕੇ ਤੁਹਾਨੂੰ ਉਹ ਵਰਡ ਦੇ ਦੇਣਾ। ਉਹਨਾਂ ਕੋਲ ਜੋ ਸਾਧਨ ਹੈ, ਜੋ ਟੂਲ ਹੈ ਉਹਨਾਂ ਦੇ ਕੋਲ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਏਗਾ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਲ। ਚਰਨ ਸ਼ਬਦ ਆਏਗਾ, ਉਹਨਾਂ ਨੇ ਚਰਨ ਦਾ ਅਰਥ ਉੱਥੇ ਫੁੱਟ ਕੀਤਾ ਹੋਏਗਾ, ਫੀਟ ਲਿਖਿਆ ਹੈਗਾ, ਜਾਂ ਚਰਨ ਪੈਰ। ਪਰ ਟਰਾਂਸਲੇਟ ਦੇ ਵਿੱਚ ਪੈਰ ਤੇ ਚਰਨ ਨਹੀਂ ਨਾ ਉੱਥੇ ਬਣਦੇ, ਉੱਥੇ ਹਿਰਦੇ ਚਰਨ ਸ਼ਬਦ ਸਤਿਗੁਰੂ ਕੋ। ਹੁਣ ਪੈਰ ਕਿੱਦਾਂ ਹਿਰਦੇ 'ਚ ਪਾ ਲਵਾਂਗੇ ਅਸੀਂ? ਅਜੇ ਫਿਜ਼ੀਕਲੀ ਤਾਂ ਗੱਲ ਹੀ ਨਹੀਂ ਹੋ ਰਹੀ ਉੱਥੇ। ਸੋ ਉਹਦੇ ਜਿਹੜੇ ਭਾਵ ਨੇ, ਉਹਦੀ ਜਿਹੜੀ ਸੈਂਸ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਭਾਵ ਜਾਣਿਆ ਹੀ ਸਮਝ ਵਿੱਚ ਪੈਣੀ ਹੈ। ਇਸ ਕਰਕੇ ਭਾਈ ਸੁਬੇਗ ਸਿੰਘ ਨੇ ਆਪਣੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਪਹਿਲਾਂ ਗੁਰਮੁਖੀ ਦੀ ਤਾਲੀਮ ਦਿੱਤੀ, ਗੁਰਬਾਣੀ ਨਾਲ ਜੋੜਿਆ, ਸਾਹਿਤ ਨਾਲ, ਇਤਿਹਾਸ ਦੀਆਂ ਵਾਰਤਾਵਾਂ ਦਸੀਆਂ ਘਰ ਵਿੱਚ। ਉਹਦੇ ਬਾਅਦ ਉਹਨੂੰ ਕਾਜ਼ੀ ਦੇ ਕੋਲ ਮਲਟੀ ਲੈਂਗੁਏਜ ਲਈ ਛੱਡਿਆ ਗਿਆ। ਉੱਥੇ ਅਰਬੀ ਫਾਰਸੀ ਸਿੱਖਦਾ ਉਹ ਬੱਚਾ, ਤੇ ਹੋਇਆ ਕੀ, ਭਰ ਜਵਾਨੀ ਸੀ, ਬੜਾ ਸੋਹਣਾ ਸੀ ਉਹ, ਔਰ ਮਾਰਸ਼ਲ ਆਰਟ ਦੀ ਵੀ ਟ੍ਰੇਨਿੰਗ ਉਹਦੇ ਕੋਲ ਸੀ। ਤੇ ਜਦੋਂ ਉਹ ਕਾਜ਼ੀ ਕੋਲ ਪੜ੍ਹਨ ਲਈ ਜਾਂਦਾ ਹੈ, ਤੇ ਕਾਜ਼ੀ
ਇਹ ਵੇਖ ਕੇ ਹੈਰਾਨ ਹੁੰਦਾ ਹੈ ਕਿ ਜਿਹੜਾ ਸ਼ਾਹਬਾਜ਼ ਸਿੰਘ ਹੈ ਨਾ, ਇਹ ਹਾਜ਼ਰ ਜਵਾਬ ਹੈ। ਹਰ ਇੱਕ ਕੁਐਸਚਨ ਦਾ ਯਕਦਮ ਆਨਸਰ ਦਿੰਦਾ ਹੈ, ਹਾਜ਼ਰ ਜਵਾਬ ਉਸੇ ਵੇਲੇ। ਕੋਈ ਤਰਕ ਵਿਤਰਕ ਕਰ ਲਓ, ਕੋਈ ਕੁਐਸਚਨ ਆਨਸਰ, ਕੋਈ ਡਿਬੇਟ ਕਰ ਲਓ ਉਹਦੇ ਨਾਲ, ਉਹ ਸ਼ਰਮਿੰਦਗੀ ਨਹੀਂ ਆਉਣ ਦਿੰਦਾ। ਕੌਨਫੀਡੈਂਸ ਇੰਨਾ ਵਾ ਉਹਦੇ ਕੋਲ, ਗੁਰਬਾਣੀ ਦਾ, ਆਪਣੇ ਵਿਰਸੇ ਦਾ, ਕੌਮ ਦਾ ਇੰਨਾ ਖਜ਼ਾਨਾ ਹੈ ਉਹਦੇ ਕੋਲ। ਉਹ ਹਾਜ਼ਰ ਜਵਾਬੀ ਹੈ। ਬੜਾ ਕਾਇਲ ਹੁੰਦਾ ਉਹਦਾ ਟੀਚਰ ਵੀ, ਤੇ ਉਹਦਾ ਸਰੀਰ ਵੀ ਚੰਗਾ ਹੈ, ਪਰ ਜੋਬਨ ਵਿੱਚ ਹੈ। ਇਤਿਹਾਸਕਾਰ ਕਹਿੰਦੇ ਨੇ ਹੋਇਆ ਕਿ ਕਾਜੀ ਦਾ ਮਨ ਬੇਈਮਾਨ ਹੋ ਗਿਆ ਬੱਚੇ ਵੱਲ ਵੇਖ ਕੇ, ਕਿ ਇਹੋ ਜਿਹਾ ਬੱਚਾ ਕਿਤੇ ਸਾਡੀ ਕੌਮ ਦਾ ਹਿੱਸਾ ਬਣ ਜਾਏ। ਤੇ ਸੁਭਾਵਕ ਹੈ, ਹਾਜ਼ਰ ਜਵਾਬ ਵੀ ਹੈ। ਇਹ ਥਾਂ ਜਿਹੜੀਆਂ ਸੰਵਾਦ ਵਿਚਾਰ ਵਾਰਤਾਵਾਂ ਹੁੰਦੀਆਂ ਨੇ, ਉਹਦੇ 'ਚ ਇਸ ਬੱਚੇ ਨੂੰ ਅਗਰ ਭੇਜਿਆ ਜਾਏ, ਬੜੀ ਕਾਮਯਾਬੀ ਮਿਲੇਗੀ ਇਸਲਾਮਿਕ ਮਤ ਨੂੰ। ਉਹ ਉਸ ਬੱਚੇ ਨੂੰ ਇਸਲਾਮ ਮਤ 'ਚ ਲਿਆਉਣ ਲਈ ਇੱਕ ਆਫਰ ਕਰਦਾ, ਜਿਹਦੇ ਕਰਕੇ ਆਪਾਂ ਚਰਖੜੀਆਂ ਤੇ ਚੜੇ ਵਾਲੀ ਗੱਲ ਕਹਿ ਰਹੇ ਨਾ, ਇਹਦਾ ਰੀਜ਼ਨ ਪੜੋ ਕਿਉਂ ਚਰਖੜੀਆਂ ਤੇ ਚੜ ਗਏ ਅਗਲੇ। ਇਸਲਾਮ ਧਰਮ 'ਚ ਲਿਆਉਣ ਲਈ ਕਾਜ਼ੀ ਨੇ ਕੀ ਕੀਤਾ, ਇੱਕ ਸੌਫਟ ਸਟੈਪ ਉਹਨੇ ਚੱਕਿਆ। ਉਹਨੇ ਬੱਚੇ ਨੂੰ, ਸ਼ਾਹਬਾਜ਼ ਸਿੰਘ ਨੂੰ ਆਪਣੇ ਮੱਤ 'ਚ ਲਿਆਉਣ ਲਈ ਉਹਨੇ ਆਖਿਆ ਕਿ ਮੇਰੀ ਜਿਹੜੀ ਬੱਚੀ ਹੈ ਨਾ, ਮੇਰੀ ਧੀ ਬੜੀ ਖੂਬਸੂਰਤ ਹੈ, ਹੋਣਹਾਰ ਹੈ, ਲਿਆਕਤ ਵਾਲੀ ਹੈ, ਤੇ ਮੈਂ ਚਾਹੁੰਦਾ ਸ਼ਾਹਬਾਜ਼ ਸਿੰਘ, ਮੈਂ ਆਪਣੀ ਬੱਚੀ ਦਾ ਨਿਕਾਹ ਤੇਰੇ ਨਾਲ ਕਰਾ ਦੇਵਾਂ। ਇੱਕ ਆਫਰ ਹੈ। ਮਨ ਪਿੱਛੇ ਕੁਝ ਹੋਰ ਹੈ, ਅਸਲ ਦੇ ਵਿੱਚ ਗੱਲ ਪਿੱਛੇ ਕੁਝ ਹੋਰ ਚੱਲ ਰਹੀ, ਕਹਾਣੀ ਕੁਝ ਹੋਰ ਹੈ। ਉਹਨੇ ਆਪਣੀ ਧੀ ਵੀ ਉਹਦੇ ਵਿੱਚ ਵਰਤ ਲਈ ਕਿ ਮੈਂ ਚਾਹੁੰਦਾ ਆਪਣੀ ਧੀ ਦਾ ਨਿਕਾਹ ਤੇਰੇ ਨਾਲ ਕਰ ਦੇਵਾਂ। ਸ਼ਾਹਬਾਜ਼ ਸਿੰਘ ਜੀ ਉਹ ਜਵਾਬ ਦੇ ਕੇ ਹਾਜ਼ਰ ਜਵਾਬੀ ਸਨ। ਉਹਨਾਂ ਨੇ ਆਖਿਆ ਕਿ ਕਾਜੀ ਸਾਹਿਬ, ਤੁਸੀਂ ਮੇਰੇ ਉਸਤਾਦ ਹੋ, ਮੈਂ ਬੜੀ ਕਦਰ ਕਰਦਾ ਤੁਹਾਡੀ, ਤੁਸੀਂ ਮੈਨੂੰ ਤਾਲੀਮ ਦਿੰਦੇ ਹੋ, ਭਾਸ਼ਾਵਾਂ ਦੀ ਸਿੱਖਿਆ ਦਿੰਦੇ ਹੋ, ਮੈਂ ਬੜੀ ਕਦਰ ਕਰਦਾ ਆਪਣੇ ਦਿਲੋਂ ਤੁਹਾਡੀ, ਪਰ ਤੁਸੀਂ ਜਿਹੜਾ ਆ ਸ਼ਬਦ ਵਰਤਿਆ ਨਾ, ਨਿਕਾਹ ਪੜਾ ਦੇਣਾ, ਨਿਕਾਹ ਕਰਾਉਣਾ, ਇਹ ਸਾਡੀ ਵਿਚਾਰਧਾਰਾ ਵਿੱਚ ਤਾਂ ਨਹੀਂ ਹੈਗਾ। ਇੱਥੇ ਲਾਵਾਂ ਹੁੰਦੀਆਂ ਨੇ, ਲਾਵਾਂ ਪੜੀਆਂ ਜਾਂਦੀਆਂ ਨੇ, ਆਨੰਦ ਕਾਰਜ ਹੁੰਦਾ ਅਸਲ ਦੇ ਵਿੱਚ। ਸਾਨੂੰ ਤਾਂ ਆਨੰਦ ਕਾਰਜ ਦੱਸਿਆ ਗਿਆ, ਆਨੰਦ ਕਾਰਜ ਵਿੱਚ ਅਸੀਂ ਰਹਿਣਾ ਚਾਹੁੰਦੇ ਹਾਂ। ਸਾਡੇ ਲਈ ਇਹੀ ਬਹੁਤ ਕੁਝ ਹੈ। ਗੁਰੂ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ, ਉਸ ਸਿੱਖਿਆਵਾਂ ਮੁਤਾਬਕ ਬੱਚਾ ਬੱਚੀ ਜੀਵਨ ਸੋਹਣਾ ਬਣਾਉਂਦੇ ਨੇ, ਨਿਕਾਹ ਤਾਂ ਨਹੀਂ। ਤੇ ਕਾਜੀ ਕਹਿੰਦਾ ਨਹੀਂ, ਇਸਲਾਮ ਧਰਮ ਦਾ ਇਸ ਵੇਲੇ ਬੋਲ ਬਾਲਾ ਹੈ, ਸਾਡਾ ਰਾਜ ਹੈ। ਸਾਡੇ ਰਾਜ ਵਿੱਚ ਤੂੰ ਅਗਰ ਮੇਰੀ ਧੀ ਨਾਲ ਨਿਕਾਹ ਪੜ ਕੇ ਇਸ ਪਾਸੇ ਆ ਜਾਏਗਾ, ਬੜੀਆਂ ਸਹੂਲਤਾਂ ਮਿਲਣ ਲੱਗੀਆਂ। ਵੇਖ ਤੇਰਾ ਪਿਓ ਉਹ 4 ਛੱਲੜੀ ਕਮਾਉਂਦਾ ਹੈ, ਤੈਨੂੰ ਅਸੀਂ ਰਾਜ ਭਾਗ ਦਾ ਮਾਲਕ ਤੱਕ ਬਣਾ ਦੇਵਾਂਗੇ, ਤੂੰ ਹਾਂ ਕਰ ਇੱਕ ਵਾਰੀ। ਸ਼ਾਹਬਾਜ਼ ਸਿੰਘ ਕਹਿੰਦਾ ਨਹੀਂ, ਇਹ ਹੋਣੀ ਨਹੀਂ ਅਸਲ 'ਚ ਗੱਲ, ਮੈਂ ਕਿਉਂ ਝੂਠਾ ਧਰਵਾਸਾ ਦੇਵਾਂ, ਤੁਹਾਡੀ ਬੱਚੀ ਚੰਗੀ ਹੋਏਗੀ, ਮੈਂ ਇਸ ਪੱਖੋਂ ਇਨਕਾਰੀ ਨਹੀਂ, ਉਹਦੀ ਵੀ ਮੈਂ ਕਦਰ ਕਰਦਾ, ਤੁਹਾਡੀ ਵੀ ਮੈਂ ਕਦਰ ਕਰਦਾ, ਆਦਰ ਮਾਣ ਕਰਦਾ। ਰਹੀ ਗੱਲ, ਮੈਂ ਆਪਣੇ ਪਿਤਾ ਨਾਲ ਗੱਲ ਕਰਾਂਗਾ। ਸ਼ਾਹਬਾਜ਼ ਸਿੰਘ ਨੇ ਸੁਬੇਗ ਸਿੰਘ ਨਾਲ ਪੂਰੀ ਗੱਲ ਰੱਖੀ। ਉਹਨਾਂ ਨੇ ਆਖਿਆ ਨਹੀਂ, ਗੱਲ ਅਸਲ ਵਿੱਚ ਇਹਦੇ ਪਿੱਛੇ ਕੁਝ ਹੋਰ ਦਿਖ ਰਹੀ ਹੈ। ਬੜੇ ਸੁਚੇਤ ਸਨ ਪਿਓ ਤੇ ਪੁੱਤਰ। ਉਹਨਾਂ ਨੇ ਇਸ ਆਫਰ ਨੂੰ ਠੁਕਰਾਇਆ। ਜਦੋਂ ਤੁਸੀਂ ਵੇਖੋ ਏਡੀ ਵੱਡੀ ਸਮੱਸਿਆ ਖੜੀ ਹੋਈ, ਉਹੀ ਕਾਜੀ ਜਿਹੜਾ ਬੱਚੇ ਨੂੰ ਤਾਲੀਮ ਦਿੰਦਾ ਕਹਿੰਦਾ ਸਾਡਾ ਮਤ ਬੜਾ ਮਹਾਨ ਹੈ, ਉਹਨੇ ਸ਼ਾਹਬਾਜ਼ ਸਿੰਘ ਸੁਬੇਗ ਸਿੰਘ ਪੱਖੋਂ ਜਦੋਂ ਇਨਕਾਰੀ ਸ਼ਬਦ ਸੁਣਿਆ, ਇਨਕਾਰ ਕਰਤਾ ਅਗਲੇ ਨੇ, ਤੇ ਉਹਨੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ। ਕਾਜ਼ੀ ਕਹਿੰਦਾ ਹੈ ਕਿ ਸ਼ਾਹਬਾਜ਼ ਸਿੰਘ ਨੇ ਮੇਰੇ ਨਾਲ ਜ਼ਬਾਨ ਕਲਾਮੀ ਕਰਦਿਆਂ ਹੋਇਆ ਮੁਹੰਮਦ ਸਾਹਿਬ ਤੇ ਕੁਰਾਨ ਸ਼ਰੀਫ ਦੇ ਖਿਲਾਫ ਬੜਾ ਭੱਦਾ ਬੋਲਿਆ, ਬਲੇਮ ਲਾਇਆ ਗਿਆ। ਕਿਸ ਕਿਸਮ ਦੇ ਟੌਰਚਰ ਹੁੰਦੇ ਸਨ ਉਸ ਵੇਲੇ ਦੇ, ਤੁਸੀਂ ਵੇਖ ਲਓ। ਬਲੇਮ ਲਾਇਆ ਗਿਆ ਕਿ ਇਹ ਮੁਹੰਮਦ ਸਾਹਿਬ ਦੇ ਖਿਲਾਫ ਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਖਿਲਾਫ ਇੱਕ ਕੁਫਰ ਬੋਲਦਾ। ਇਹਨੇ ਬੜੇ ਭੱਦੇ ਸ਼ਬਦ ਬੋਲੇ ਨੇ। ਬਸ ਇੰਨੀ ਕੁ ਗੱਲ ਸੀ। ਰਾਜ ਸੀ ਅਗਲਿਆਂ ਦਾ, ਤਾਕਤ ਦੇ ਮਾਲਕ ਸਨ, ਕਿਉਂਕਿ ਜਿਹਦਾ ਰਾਜ ਹੁੰਦਾ ਨਾ ਉਹ ਘੂਰਦਾ ਹੈ, ਉਹ ਦੁਰਵਰਤੋਂ ਕਰਦਾ। ਤਾਕਤ ਦੀ ਦੁਰਵਰਤੋਂ ਹਰ ਇੱਕ ਨੇ ਕੀਤੀ ਹੈ, ਔਰ ਖਿਮਾ ਕਰਿਓ ਅੱਜ ਵਾਲੇ ਵੀ ਕਰ ਰਹੇ ਨੇ। ਤੁਸੀਂ ਵੇਖੋ, ਭਾਵੇਂ ਚਿਹਰੇ ਮੋਰੇ ਬਦਲੇ ਨੇ, ਉਹਨਾਂ ਦੇ ਰਿਲੀਜੀਅਸ ਜਿਹੜੇ ਚਿੰਨ੍ਹ ਹੀ ਚੇਂਜ ਹੋਏ ਨੇ। ਤਾਕਤ ਜਿਹਦੇ ਹੱਥ ਆਈ ਹੈ ਉਹ ਉਹਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਦਾ, ਮਨਾਉਣ ਦੀਆਂ ਕੋਸ਼ਿਸ਼ਾਂ ਕਰਦਾ।
ਅਗਲੇ ਦੀ ਜ਼ਬਾਨ ਬੰਦ ਕਰ ਦਿਓ, ਅਗਲੇ ਦੀ ਭਾਸ਼ਾ ਖਤਮ ਕਰ ਦਿਓ, ਅਗਲੇ ਦੇ ਲਿਬਾਸ ਨਾਲ ਨਫ਼ਰਤ ਹੈ, ਉਹਨਾਂ ਦੇ ਗ੍ਰੰਥ ਨਾਲ, ਪੰਥ ਨਾਲ ਨਫ਼ਰਤ ਹੈ। ਇਹ ਤਾਕਤਾਂ ਦੇ ਵਿੱਚੋਂ ਦੀ ਸਾਰਾ ਕੁਝ ਨਿਕਲਦਾ ਹੈ ਜਦੋਂ ਤਾਕਤ ਕੋਲ ਹੋਵੇ। ਪਰ ਸਿੱਖ ਇਤਿਹਾਸ ਤੁਸੀਂ ਪੜ੍ਹੋਗੇ, ਮਹਾਰਾਜਾ ਸਿੰਘ ਕੋਲ ਵੀ ਤਾਕਤ ਸੀ, ਬਾਬਾ ਬੰਦਾ ਸਿੰਘ ਬਹਾਦਰ ਕੋਲ ਵੀ ਤਾਕਤ ਸੀ, ਪਰ ਤੁਸੀਂ ਉੱਥੇ ਦੁਰਵਰਤੋਂ ਵਿਖਾ ਦਿਓ। ਅਗਲੇ ਨੇ ਇੱਥੋਂ ਤੱਕ ਇਹ ਕਹਿਤਾ ਸੀ ਕਿ ਲਾਗੇ ਅਗਰ ਕੋਈ ਮਸੀਤਾਂ ਵੀ ਬਣੀਆਂ ਨੇ ਨਾ, ਉਹਨਾਂ ਵੱਲ ਮਾੜੀ ਨਿਗਾਹ ਨਾ ਪਾਇਓ, ਮਸੀਤਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਨੇ। ਉੱਥੇ ਕਿਸੇ ਅੱਲਾ ਦੇ ਬੰਦੇ ਨੇ ਉੱਥੇ ਇਬਾਦਤ ਕਰਨੀ, ਇਬਾਦਤ ਗਾਹਾਂ ਨਹੀਂ ਢਾਣੀਆਂ ਸਿੱਖ ਨੇ। ਇਹ ਹਦਾਇਤਾਂ ਕੀਤੀਆਂ ਗਈਆਂ ਸਨ ਸਿੱਖ ਰਾਜ ਦੇ ਵਿੱਚ। ਖੈਰ, ਸੁਬੇਗ ਸਿੰਘ, ਸ਼ਹਬਾਜ਼ ਸਿੰਘ ਦੋਨਾਂ ਨੂੰ ਸਜ਼ਾਏ ਆਫਤ ਮੌਤ ਦਿੱਤੀ ਗਈ, ਚਰਖੜੀਆਂ ਤੇ ਚੜਾਤਾ ਗਿਆ। ਪਿਓ ਤੇ ਪੁੱਤਰ ਦੋਨਾਂ ਨੂੰ ਚਰਖੜੀਆਂ ਤੇ ਬੰਨ ਕੇ ਟੰਗ ਕੇ ਲਹੂ ਲੁਹਾਨ ਜਿਸਮ ਕਰਤਾ। ਸੁਬੇਗ ਸਿੰਘ ਦਾ ਸਾਰਾ ਧੜਾ ਲਹੂ ਨਾਲ ਭਿੱਜ ਗਿਆ, ਸ਼ਹਬਾਜ਼ ਸਿੰਘ ਦਾ ਸਾਰਾ ਸੀਨਾ ਚੀਰ ਦਿੱਤਾ ਗਿਆ। ਪਰ ਤੁਸੀਂ ਵੇਖੋ, ਉਹਨਾਂ ਨੇ ਵਿਚਾਰਧਾਰਕ ਪੱਖੋਂ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਕਿਉਂਕਿ ਇੱਥੇ ਅਜਿਹਾ ਨਹੀਂ ਹੈ, ਮਸਲਾ ਸਹੂਲਤਾਂ ਦਾ ਨਹੀਂ ਹੈਗਾ। ਜੇ ਕੱਲਾ ਜਵਾਨੀ ਵਿੱਚੋਂ ਮਾਂ-ਬਾਪ ਸਹੂਲਤਾਂ ਭਾਲ ਰਹੇ ਨੇ ਤੇ ਸੁਬੇਗ ਸਿੰਘ ਵੀ ਫਿਰ ਚੰਗਾ ਡਿਸੀਜਨ ਲੈ ਸਕਦਾ ਸੀ, ਪਰ ਅਗਲੇ ਪਿਓ ਪੁੱਤਰ ਚੜ ਗਏ ਚਰਖੜੀਆਂ ਦੇ ਉੱਤੇ। ਅੱਜ ਤੱਕ ਉਹ ਅਰਦਾਸ ਦਾ ਸਾਡਾ ਹਿੱਸਾ ਔਰ ਸਾਡੀ ਆਦਰਸ਼ ਸੋਚ ਵਿੱਚ ਉਹ ਆਦਰਸ਼ ਬਣ ਗਏ ਕਿ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ। ਖੋਪਰੀਆਂ ਲੋਹਣ ਵਾਲਾ ਵੀ ਜਵਾਨੀ ਦੇ ਵੇਲੇ ਸੀ, 25 ਸਾਲ ਦਾ ਭਾਈ ਤਾਰੂ ਸਿੰਘ ਸੀ। ਜਦੋਂ ਬਾਬਾ ਫਰੀਦ ਜੀ ਦੇ ਸਲੋਕ ਪੜ੍ਹੀਏ ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਜੋਬਨ ਜਾਂਦੇ ਨਾ ਡਰਾਂ, ਜੈ ਸ਼ਾਹ ਪ੍ਰੀਤ ਨਾ ਜਾਏ। ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਦੀ ਕਮੀ ਨਹੀਂ ਹੋਣੀ ਚਾਹੀਦੀ, ਪ੍ਰੇਮ ਫਿੱਕਾ ਨਹੀਂ ਪੈਣਾ ਚਾਹੀਦਾ। ਮੈਂ ਜੋਬਨ ਲਿਖੇ ਲਾ ਸਕਦਾ ਇਹਦੇ ਉੱਤੋਂ। ਜੋ ਮੈਨੂੰ ਹਦਾਇਤਾਂ ਜਵਾਨੀ ਦੇ ਵਿੱਚ ਨੇ ਨਾ, ਜੋਬਨ ਵਿੱਚ ਨੇ, ਚੰਗੇ ਕੰਮ ਉਪਰਾਲੇ, ਚੰਗੇ ਐਫਰਟ ਕਰਨ ਦੇ, ਮੈਂ ਕਦੀ ਆਲਸ ਨਹੀਂ ਵਿਖਾਵਾਂਗਾ, ਕਦੀ ਉਧਰੋਂ ਮੂੰਹ ਨਹੀਂ ਮੋੜਾਂਗਾ। ਜੋਬਨ ਜਾਂਦੇ ਨਾ ਡਰਾਂ, ਜੈ ਸ਼ਹਿ ਪ੍ਰੀਤ ਨਾ ਜਾਏ, ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਿੰਨੀਆਂ ਜਵਾਨੀਆਂ ਸੁੱਕ ਕੁਮਲਾ ਗਈਆਂ, ਮਿੱਟੀ 'ਚ ਰਲ ਗਈਆਂ, ਕਿਸੇ ਕੰਮ ਵੀ ਨਹੀਂ ਆਈਆਂ, ਕੁਝ ਵੀ ਨਹੀਂ ਅਗਲੇ ਖੱਟ ਸਕੇ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹਨਾਂ ਮੁਬਾਰਕ ਸਲੋਕਾਂ ਦੇ ਵਿੱਚ ਉਸ ਖਾਸ ਸਮੇਂ ਨੂੰ ਫੋਕਸ ਕਰਦਿਆਂ ਗੱਲ ਆਖੀ ਹੈ। ਕਹਿੰਦੇ, ਤਰਨਾਪੋ ਇਉਂ ਹੀ ਗਏ, ਜਵਾਨੀ ਇਉਂ ਹੀ ਚਲੇਗੀ, ਕੁਝ ਚੰਗਾ ਹੋ ਹੀ ਨਹੀਂ ਸਕਿਆ ਇਹਦੇ ਵਿੱਚੋਂ। ਤੇ ਕੀ ਹੋਇਆ ਫਿਰ? ਕਹਿੰਦੇ, ਲਿਓ ਜ਼ਰਾ ਤਨ ਜੀਤ। ਜਿਹੜਾ ਜ਼ਰ ਦਾ ਵਕਤ ਹੈ, ਬੁਢੇਪੇ ਦਾ, ਜ਼ਰ ਬਜ਼ੁਰਗੀ ਦਾ ਵਕਤ ਆ ਜਾਏ, ਉਹਨੇ ਜਿੱਤ ਲਿਆ। ਜਵਾਨੀ ਹਾਰ ਗਈ, ਜੋਬਨ ਹਾਰ ਗਿਆ, ਬੁਢੇਪਾ ਤਾਕਤਵਰ ਸਾਬਤ ਹੋਇਆ। ਤੁਸੀਂ ਆਸਾ ਕੀ ਵਾਰ ਦੇ ਵਿੱਚ ਵੀ ਪੜ੍ਹਦੇ ਹੋ, ਗੁਰੂ ਨਾਨਕ ਮਹਾਰਾਜ ਨੇ ਆਖਿਆ, ਜਰ ਆਈ ਜੋਬਨ ਹਾਰਿਆ। ਜੋਬਨ ਨੂੰ ਹਾਰਨਾ ਪੈਂਦਾ, ਜੋਬਨ ਹਾਰ ਜਾਂਦੀ। ਭਾਵੇਂ ਕਿ ਕੋਈ ਆਪਣੇ ਜੋਬਨ ਬਚਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕਰਦਾ ਹੈ, ਐਕਸਰਸਾਈਜ਼ ਕਰਦੇ ਆ, ਚੰਗੀ ਖੁਰਾਕ ਕਰਨੇ ਆ, ਇੱਥੋਂ ਤੱਕ ਕਿ ਮਹਾਰਾਜ ਨੇ ਜਿਹੜਾ ਆਖਿਆ ਨਾ, ਪਹਿਲੇ ਪਿਆਰ ਲਗਾ ਥਨ ਦੋ, ਦੂਜੇ ਮਾਏ ਬਾਪ ਕੀ ਸੋ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉਬੇ ਸਾਹ। ਉਸ ਜੋਬਨ ਦੇ ਬਾਅਦ ਜਿਹੜਾ ਜ਼ਰ ਆਇਆ, ਬਜ਼ੁਰਗੀ ਹੈ, ਉਹਦੀ ਪਛਾਣ ਕੀ ਹੈ? ਨੌਵੇਂ ਧੌਲੇ ਉਬੇ ਸਾਹ। ਬੰਦਾ ਉਹਨੂੰ ਵੀ ਢੱਕ ਦੇਣਾ ਚਾਹੁੰਦਾ ਕਿ ਨਹੀਂ, ਮੈਂ ਘਰ ਨਹੀਂ ਛੱਡਣਾ। ਜੋਬਨ ਆਪਣੀ ਪੂਰੀ ਵਾਹ ਲਾ ਦਿੰਦਾ ਹੈ ਕਿ ਨਹੀਂ, ਜੇ ਧੌਲੇ ਆਏ ਤੇ ਫਿਰ ਕੀ ਹੋਇਆ, ਅਸੀਂ ਚੇਂਜ ਕਰ ਦਿੰਦੇ ਹਾਂ। ਪਰ ਬਜ਼ੁਰਗੀ ਆਈ ਜਾਣੀ ਹੈ, ਜੋਬਨ ਨੂੰ ਹਾਰ ਮੰਨਣੀ ਪੈਣੀ ਹੈ। ਗੁਰੂ ਮਹਾਰਾਜ ਕਹਿੰਦੇ ਨੇ, ਲਿਓ ਜ਼ਰਾ ਤਨ ਜੀਤ। ਇਹ ਤਨ ਜਿੱਤ ਲਿਆ ਬਜ਼ੁਰਗੀ ਨੇ, ਜਵਾਨੀ ਵਿੱਚੋਂ ਗਈ, ਹੁਣ ਜ਼ੋਰ ਨਹੀਂ ਰਹਿ ਗਿਆ, ਹੁਣ ਬਲ ਨਹੀਂ ਰਹਿ ਗਿਆ, ਹੁਣ ਸਮਰੱਥਾ ਨਹੀਂ ਰਹਿ ਗਈ, ਹੁਣ ਪਲਾਨਿੰਗ ਨਹੀਂ ਕਰ ਪਾ ਰਿਹਾ ਬਹੁਤੀਆਂ। ਸੋ ਗੁਰੂ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਔਦ ਦਾ ਅਰਥ ਹੈ ਉਮਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੱਖਰੇ ਵੱਖਰੇ ਅਲਫਾਜ਼ ਆਏ ਨੇ ਇਸ ਬਾਰੇ। ਅਵਧ ਵੀ ਲਫ਼ਜ਼ ਆਇਆ ਹੈ, ਔਦ ਵੀ ਆਇਆ ਹੈ, ਔਰ ਆਵਰਧਾ ਸ਼ਬਦ ਵੀ ਆਇਆ ਹੈ।
साकत की आवर्धा जाए बिरथारी, जैसे कागद के भार मूसा टूक गवावत काम नहीं गवारी। जिवें एक चूहा लाइब्रेरी ਦੇ ਵਿੱਚ ਵੜ ਜਾਏ ਔਰ ਉਹ ਟੁਕਦਾ ਰਵੇ ਕਿਤਾਬਾਂ, ਮਾਨੋ ਕਿ ਉੱਥੇ ਕਿਸੇ ਦੀ ਡਾਕਟਰੀ ਦੀਆਂ ਕਿਤਾਬਾਂ ਪਈਆਂ ਨੇ, ਕਿਸੇ ਦੀਆਂ ਵਕਾਲਤ ਦੀਆਂ ਕਿਤਾਬਾਂ ਪਈਆਂ ਨੇ। ਟੂਆ ਟੁਕਦਾ ਰਿਹਾ ਆਪਣੇ ਦੰਦਾਂ ਦੇ ਨਾਲ, ਸਾਰੀ ਰਾਤ ਟੁਕਦਾ ਰਿਹਾ, ਦਿਨੇ ਟੁਕਦਾ ਰਿਹਾ, ਪਰ ਕੀ ਹੋਇਆ? ਟੁਕ ਕੇ ਉਹਨੇ ਮਿਹਨਤ ਬਹੁਤ ਕੀਤੀ, ਪਰ ਕਿਤਾਬਾਂ ਟੁਕਣ ਦੇ ਬਾਅਦ ਉਹ ਵਕੀਲ ਨਹੀਂ ਬਣ ਜਾਂਦਾ, ਉਹ ਡਾਕਟਰ ਨਹੀਂ ਬਣ ਜਾਂਦਾ। ਉਹ ਇੱਕ ਤਾਂ ਆਪਣੀ એનર્ਜੀ ਵੀ ਵੇਸਟ ਕਰ ਗਿਆ ਤੇ ਕਿਸੇ ਜੋਗਾ ਵੀ ਨਹੀਂ ਛੱਡ ਗਿਆ, ਵੇਸਟ ਹੋ ਗਿਆ ਨਾ। ਮਹਾਰਾਜ ਕਹਿੰਦੇ ਨੇ ਏਦਾਂ ਸਾਕਤ ਕੀ ਆਵਰਧਾ ਜਾਏ ਬਿਰਥਾਰੀ। ਸਾਕਤ ਬੰਦੇ ਦੀ, ਸਾਕਤ ਕਹਿੰਦੇ ਨੇ ਗੁਰੂ ਤੋਂ, ਰੱਬ ਤੋਂ, ਮਜ਼ਹਬ ਤੋਂ, ਵਿਚਾਰਧਾਰਾ ਤੋਂ ਟੁੱਟਾ ਹੋਇਆ ਬੰਦਾ। ਸਾਕਤ ਕੀ ਆਵਰਧਾ, ਉਮਰ, ਏਜ ਜਾਏ ਬਿਰਥਾਰੀ, ਬਿਰਥਾ ਕਹਿੰਦੇ ਨੇ ਵੇਸਟੇਜ ਹੀ ਗਈ। जैसे कागज के भार मूसा टूक गवावत काम नहीं गवारी, किसे काम नहीं आते, वेस्ट ही चले गए, सारी जिहड़ी एनर्जी सी ना वेस्ट ही चले गए। तो महाराज कहते हैं औद जात है बीत, जिहड़ी औद है, उम्र है, वो जा रही है, वेख कोलों ही लंघदी जा रही है। समा घट रहा है, दिन ते पहर, पहर ते घड़ियां, आप घटै तन छीजै, तन छिज जाता है, कुछ नहीं तन दे पल्ले रह जाता। गुरु महाराज असल च की कहना चाहते हो तुसी, की करिए फिर इस औज दा? तुसी सोहले दी बाणी च पढ़दे हो, महाराज कहंदे ने औद घटै दिनस रैना रे। आपां इकट्ठा पाठ कर जन्ने रैना रे, रैना वखरा शब्द है, रे संबोधित कीता बंदे नूं। औद घट रही है बंदिया, औद घटै दिनस रैना, दिन ते रात करके, रे मन गुरमिल काज सवारे। हे मना गुरु नूं मिल, काज सवार लै। जिंदगी नूं सोहणी ते बेहतर गुरु ही बनाउण दी सोच दे सकदा। चंगे उपराले गुरु ही तेनू दसेगा, गुरु ही कहेगा विच दुनिया सेव कमाई है तां दरगाह पैसन पाई है। तू दिखावा ना कर, सेवा कर, वाकई समाज नूं लोड़ है तेरी, तू कुछ कर समाज वास्ते, चंगा सेवादार बन के नितर जिथे भी बैठे, अगर किसी चंगी थां ते अहुदे ते बैठे नौकरी करें ते गुरु दी सेध लैके करें। ये कह के समाप्ति करा, सतगुरु गुरु नानक साहब ने जवानी दे वेले जॉब की है सुल्तानपुर दे विच, मोदी खाने दे विच, फूड सप्लाई डिपार्टमेंट दे विच गुरु नानक साहब ऑफिसर रहे ने। पर असीं खिमा करियो, चंगी सोच, तालीम, गुरमत वाली दी घाट होण करके, साडे कोल नहीं सी जानकारी दी घाट होण करके, असी कोई एडी वड्डी उदाहरण छोटे जे भाव दे विच ही दे दित्ती। तस्वीरां दे विच गुरु नानक साहब दे हत्थ दे विच तराजू फड़ाता है ते 13 कह के बाबे नानक दे कोलों नाज लुटवा दिता है। स्टडी दी लोड़ सी सानू असल दे विच कि उस वेले मोदी खाना की हुंदा सी। इब्राहिम लोधी दा राज है, सुल्तानपुर पंजाब दा एक केंद्र, उत्थे वड्डा डिपार्टमेंट बनाया है उन्होंने, गवर्नमेंट ने। उहदे विच पंजाब दा फूड इकट्ठा हुंदा है, वड्डे वड्डे गोदाम ने उत्थे, वो सारे दी टेक केयर, देख रेख, अनाज आउणा ते जाना, उहदा जिहड़ा मेन ऑफिसर है, चीफ है, वो मोदी हुंदा सी। और गुरु नानक साहब ने वो जॉब की है। असी तराजू फड़ाता बाबे नानक नूं, थले तराजू फड़न वाले हज़ारां काम करते हैं बाबे नानक दे, वो सिर्फ चैक करते हैं कित्थे गड़बड़ हो रही है। उस वेले घोटाला हो रहा सी, गवर्नमेंट सरकारी घोटाला, बाबे नानक ने लगाम पाती उन्होंने कि नहीं, जे पढ़ लिख के ये वड्डी नौकरी लई है तो कुछ चंगा कारज होना चाहिए। उदाहरण सी गुरु नानक साहब जी दी समाज नूं, उत्थे बेईमानी नूं महाराज जी ने रोकिया, जिहड़ी काणी वंड हो रही सी, उत्थे ही अनाज एक्सचेंज हुंदा सी। जे किसी ने मक्का बीजिया है, चाहुंदा कणक है, थोड़े मक्का दे के कणक लैनी है, एक्सचेंज हुंदा है, क्योंकि उस वेले करंसी बहुती काम नहीं करती, अनाज ही अट्टा बट्टा सट्टा हुंदा है। ते जे किसी ने खरीदना है, गुरु नानक महाराज ने तराजू ठीक कीते, तोलण वालियां दे हथ ठीक कीते, उत्थे एक एक अनाज जिहड़ा है वो पूरी ईमानदारी नाल लैना ते देना उत्थे महाराज जी ने लागू कीता।
ਇਹਨੂੰ ਕਿਹਾ ਜਾਂਦਾ ਸੀ 13-13 ਭਾਵ ਇਕੁਅਲ, ਬਰਾਬਰ, ਘਾਟ ਹੈ ਨਾ ਵਾਦ ਹੈ, ਕੋਈ ਬੇਈਮਾਨੀ ਨਹੀਂ। ਇਹ ਉਦਾਹਰਣ ਸੀ ਗੁਰੂ ਨਾਨਕ ਸਾਹਿਬ ਜੀ ਦੀ ਕਿ ਜੇ ਜੌਬ ਕਰਨੀਆਂ ਨੇ ਵੱਡੀਆਂ ਵੱਡੀਆਂ ਤੇ ਉੱਥੇ ਇਹ ਧਿਆਨ ਦਵੋ, ਲਗਨ ਨਾਲ ਕੰਮ ਕਰੋ, ਉੱਥੇ ਬੇਈਮਾਨੀ ਨਹੀਂ ਹੋਣੀ ਚਾਹੀਦੀ, ਉੱਥੇ ਪੂਰੀ ਐਨਰਜੀ ਲਾਵੋ, ਆਪਣਾ ਪੂਰਾ ਫੋਕਸ ਕਰੋ ਉਸ ਜੌਬ ਦੇ ਉੱਤੇ, ਤੁਸੀਂ ਉੱਥੋਂ ਰੋਟੀ ਖਾਂਦੇ ਹੋ, ਤੁਹਾਡਾ ਪਰਿਵਾਰ ਚੱਲਦਾ ਹੈ। ਸੋ ਗੁਰੂ ਨਾਨਕ ਮਹਾਰਾਜ ਜੀ ਨੇ ਉਸ ਜੋਬਨ ਜਵਾਨੀ ਦੇ ਵੇਲੇ ਉਹ ਨੌਕਰੀ ਕਰਕੇ ਸਮਾਜ ਦੇ ਅੱਗੇ ਇੱਕ ਐਗਜ਼ਾਮਪਲ ਸਿਰਜ ਦਿੱਤੀ ਸੀ ਕਿ ਇਉਂ ਵੀ ਕੀਤਾ ਜਾ ਸਕਦਾ ਹੈ। ਭਾਵ ਇਹ ਨਹੀਂ ਕਿ ਜਵਾਨੀ ਵੇਲੇ ਤੁਸੀਂ ਘਰ-ਬਾਰ ਛੱਡ ਕੇ ਤੇ ਕਿਤੇ ਧਾਰਮਿਕ ਕੰਮ ਲਈ ਕੋਈ ਭਗਵੇਂ ਕੱਪੜੇ ਪਾ ਕੇ ਤਾਂ ਹੀ ਕੰਮ ਹੋਣੇ ਨੇ, ਨਹੀਂ। ਤੁਸੀਂ ਜਿਸ ਵੀ ਖਿੱਤੇ ਵਿੱਚ ਹੋ, ਜਿਸ ਅਹੁਦੇ ਤੇ ਹੋ, ਜਿਹੜੇ ਰੈਂਕ ਤੇ ਵੀ ਬੈਠੇ ਹੋ, ਮਸਲਾ ਹੈ ਕਿ ਉਸ ਦਾਇਰੇ ਨੂੰ ਤੁਸੀਂ ਠੀਕ ਕਿਵੇਂ ਕਰਨਾ ਹੈ। ਜੋਬਨ ਜਵਾਨੀ ਦੇ ਵੇਲੇ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਹੋ ਹਦਾਇਤਾਂ ਪੇਸ਼ ਕੀਤੀਆਂ ਨੇ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਅਗਲੇ ਸ਼ਲੋਕ ਵਿੱਚ ਮਹਾਰਾਜ ਨੇ ਆਖਿਆ ਬਿਰਧ ਪਇਓ ਸੂਝੈ ਨਹੀਂ, ਸਮਾਂ ਥੋੜ੍ਹਾ ਹੈ। ਇਸ ਸ਼ਲੋਕ ਦੀ ਅਸੀਂ ਅਗਲੇ ਆਉਣ ਵਾਲੇ ਦੀਵਾਨ ਦੇ ਵਿੱਚ ਵਿਚਾਰ ਸਾਂਝੀ ਕਰ ਲਵਾਂਗੇ। ਹੋਈਆਂ ਵਿਚਾਰਾਂ ਦੌਰਾਨ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।